ਬੰਦੇ ਫੋਲੋ ਕਰ ਰਹੇ ਸੀਗੇ ਤੇ ਫਿਰ ਇੱਕਦਮ ਜਦੋਂ ਪੰਜਾਬ ਪੁਲਿਸ ਦਾ ਗਨਮੈਨ ਉਤਰਦਾ ਤੇ ਉਹ ਮੁੜ ਜਾਂਦੇ ਹੈਗੇ ਨੇ। ਪਰ ਵੱਡਾ ਸਵਾਲ ਇਹੀ ਹੈ ਵੀ ਇੰਨੀ ਇਨਸਿਕਿਉਰਿਟੀ, ਇੰਨੀ ਅਨਸਰਟਨਟੀ ਵੀ ਬੰਦਾ ਅੱਜ ਜਿਉਂਦਾ ਕੱਲ ਜਿਉਂਦਾ ਹੈ ਨਹੀਂ। ਉਹਨਾਂ ਨੂੰ ਖਤਰਾ ਅੱਜ ਤੋਂ ਤਕਰੀਬਨ 1.5-2 ਸਾਲ ਪਹਿਲਾਂ ਤੋਂ ਹੈ। ਈਵਨ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਵੀ ਜਿਹੜੀਆਂ ਰੈਕੀਜ਼ ਹੋਈਆਂ, ਇਹ ਕਿਹਾ ਗਿਆ ਕਿ ਮਨਕੀਰਤ ਔਲਖ ਦੀਆਂ, ਤੁਹਾਨੂੰ ਯਾਦ ਹੋਵੇਗਾ ਉਸ ਵਕਤ ਵੀ ਕੁਝ ਲੋਕਾਂ ਦੀ ਜਦੋਂ ਧਰਪਕੜ ਹੁੰਦੀ ਹੈ, ਕਿਸੇ ਹੋਰ ਘਟਨਾ ਦੇ ਵਿੱਚ ਕੁਝ ਗੈਂਗਸਟਰ ਫੜੇ ਗਏ ਤੇ ਉਹਨਾਂ ਤੋਂ ਜਦੋਂ ਪੁੱਛਗਿੱਛ ਹੋਈ, ਉਹਨਾਂ ਨੇ ਦੱਸਿਆ ਕਿ ਜੀ ਮਨਕੀਰਤ ਔਲਖ ਦੀ ਰੈਕੀ ਉਸ ਵਕਤ ਕੀਤੀ ਜਾ ਰਹੀ ਹੈ। ਮੈਂ ਤੁਹਾਨੂੰ ਤੇ ਸਿੱਧੂ ਮੂਸੇਵਾਲਾ ਦੀ ਕਤਲ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਥ੍ਰੈਟ ਜਿਹੜਾ ਪਰਸੈਪਸ਼ਨ ਮਨਕੀਰਤ ਔਲਖ ਨੂੰ ਹਾਈ ਹੋਣ ਦਾ ਇੱਕ ਵੱਡਾ ਕਾਰਨ ਇਹੀ ਹੈ ਕਿ ਗੈਂਗ ਵਾਰ ਦੇ ਵਿੱਚ ਇਹ ਲੋਕ ਸੌਫਟ, ਮੈਂ ਇਹਨੂੰ ਕਹਾਂਗਾ ਵੀ ਸੌਫਟ ਟਾਰਗੇਟਸ ਨੇ ਇਹ ਸਾਰੇ। ਲਈ ਕਿਉਂ ਨਹੀਂ ਇਹ ਜੇ ਟੈਬਸ ਰੱਖੇ ਜਾਂਦੇ ਤਾਂ ਕਿ ਨਾ ਇਕੱਲੇ ਸਿੰਗਰ, ਬਾਕੀ ਹੋਰ ਵੀ ਲੋਕ ਸੇਫ ਮਹਿਸੂਸ ਕਰਨ? ਤਾਂ ਆਮ ਲੋਕ ਮੰਨਦੇ ਨੇ ਕਿ ਜੇ ਤੇਰੇ ਦੋਸ਼ੀਆਂ ਨੂੰ ਫੜਿਆ ਜਾਏ, ਗੋਲਡੀ ਬਰਾੜ ਨੂੰ ਤੁਸੀਂ ਬਾਹਰੋਂ ਫੜ ਕੇ ਲੈ ਕੇ ਆਓ, ਲੇਕਿਨ ਜਿਹੜੇ ਅੰਡਰਵਰਲਡ ਹੈ ਉਸ ਦੇ ਵਿੱਚ ਇਹ ਕਿਹਾ ਜਾਂਦਾ ਕਿ ਯਾਰ ਇਹਦਾ ਇਲਾਜ ਕੁਝ ਹੋਰ ਹੈ, ਇਹਦਾ ਕੁਝ ਐਸਾ ਕਾਊਂਟਰ ਰਿਐਕਸ਼ਨ ਦਿਓ, ਕੋਈ ਅਜਿਹਾ ਜਵਾਬੀ ਕਾਰਵਾਈ ਹੋਏ। ਹੁਣ ਜਦ ਤੁਸੀਂ ਵਿੱਕੀ ਮਿੱਟੂ ਖੇੜਾ ਦਾ ਕਤਲ ਹੁੰਦਾ ਵੇਖਿਆ, ਫਿਰ ਨੰਗਲ ਅੰਬੀਆਂ ਦਾ ਕਤਲ ਹੁੰਦਾ ਵੇਖਿਆ, ਇਹ ਦੋਵੇਂ ਹਿੱਟਸ ਜਿਹੜੀਆਂ ਸੀਗੀਆਂ ਇਹ ਕੌਸ਼ਲ ਚੌਧਰੀ ਤੇ ਬੰਬੀਹਾ ਗੈਂਗ ਵੱਲੋਂ ਕਰਵਾਈਆਂ ਗਈਆਂ। ਗਾਇਕ ਮਨਕੀਰਤ ਔਲਖ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੈ ਵੀ ਹਾਲ ਹੀ ਵਿੱਚ ਉਹਨਾਂ ਦਾ ਜਿਹੜਾ ਕਾਫਲਾ ਗੱਡੀਆਂ ਦਾ ਉਹਦੀ ਰੈਕੀ ਕੀਤੀ ਗਈ ਹੈ। ਬਾਈਕ ਤੇ 3 ਬੰਦੇ ਬੈਠੇ ਹੋਏ ਸੀ ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸੀ ਤੇ ਉਹਨਾਂ ਦੀ ਜਿਹੜੀ ਰਹਿائش ਹੈ ਮੋਹਾਲੀ ਦੇ ਅੰਦਰ ਹੋਮਲੈਂਡ ਦੇ ਵਿੱਚ, ਉੱਥੇ ਤੱਕ ਉਹ ਫੋਲੋ ਕਰਦੇ ਨੇ ਤੇ ਜਿਵੇਂ ਹੀ ਉਹਨਾਂ ਦਾ ਸਿਕਿਉਰਿਟੀ ਗਾਰਡ ਉਤਰਦਾ ਤੇ ਉਹ ਉੱਥੋਂ ਚਲੇ ਜਾਂਦੇ ਨੇ। ਇਸ ਚੀਜ਼ ਤੋਂ ਬਾਅਦ ਇੱਕ ਵਾਰ ਫਿਰ ਤੋਂ ਜਿਹੜਾ ਹੈਗਾ ਮਨਕੀਰਤ ਜਾਂ ਪੰਜਾਬ ਦੇ ਗਾਇਕਾਂ ਦੇ ਉੱਤੇ ਜਿਹੜਾ ਥ੍ਰੈਟ ਮੰਡਰਾ ਰਿਹਾ ਜਾਂ ਜਿਸ ਡਰ 'ਚ ਉਹ ਜੀ ਰਹੇ ਨੇ, ਉਹਦੇ ਉੱਤੇ ਫਿਰ ਤੋਂ ਗੱਲਬਾਤ ਕਰਾਂਗੇ। ਅੱਜ ਇਸੀ ਇਸ਼ੂ ਨੂੰ ਫਿਰ ਤੋਂ ਐਡਰੈਸ ਕਰਾਂਗੇ। ਮੈਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਨੇ ਮੇਰੇ ਸਹਿਯੋਗੀ ਰਿਤੇਸ਼ ਲੱਖੀ ਜੀ। ਰਿਤੇਸ਼ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ। ਰਿਤੇਸ਼ ਜੀ, ਮਨਕੀਰਤ ਦੀ ਜਿਹੜੀ ਫੁਟੇਜ ਸਾਹਮਣੇ ਆਈ ਹੈ ਉਹਦੇ 'ਚ ਇਹ ਗੱਲ ਦਿਖ ਰਹੀ ਹੈ ਵੀ ਬੰਦੇ ਫੋਲੋ ਕਰ ਰਹੇ ਸੀਗੇ ਤੇ ਫਿਰ ਇੱਕਦਮ ਜਦੋਂ ਪੰਜਾਬ ਪੁਲਿਸ ਦਾ ਗਨਮੈਨ ਉਤਰਦਾ ਤੇ ਉਹ ਮੁੜ ਜਾਂਦੇ ਹੈਗੇ ਨੇ। ਪਰ ਵੱਡਾ ਸਵਾਲ ਇਹੀ ਹੈ ਵੀ ਇੰਨੀ ਇਨਸਿਕਿਉਰਿਟੀ, ਇੰਨੀ ਅਨਸਰਟਨਟੀ ਵੀ ਬੰਦਾ ਅੱਜ ਜਿਉਂਦਾ ਕੱਲ ਜਿਉਂਦਾ ਹੈ ਨਹੀਂ। ਸਰਕਾਰ ਇਸ ਚੀਜ਼ ਦੇ ਉੱਤੇ ਐਕਸ਼ਨ ਜਾਂ ਪੰਜਾਬ ਪੁਲਿਸ ਇਸ ਚੀਜ਼ ਨੂੰ ਕੰਟਰੋਲ, ਕਾਬੂ ਕਿਉਂ ਨਹੀਂ ਕਰ ਪਾ ਰਹੀ? ਨਹੀਂ ਸ਼ੁਭ, ਇਹ ਨਹੀਂ ਕਹਿਣਾ ਠੀਕ ਹੋਏਗਾ ਕਿ ਪੰਜਾਬ ਪੁਲਿਸ ਜਾਂ ਸਰਕਾਰ ਇਸ ਨੂੰ ਕੰਟਰੋਲ ਨਹੀਂ ਕਰ ਪਾ ਰਹੀ, ਕਿਉਂਕਿ ਮਨਕੀਰਤ ਔਲਖ ਨੂੰ ਜਿਹੜਾ ਇੱਕ ਥ੍ਰੈਟ ਪਰਸੈਪਸ਼ਨ ਹੈ ਉਸਦੀ, ਜਿਹੜਾ ਕਿ ਇੱਕ ਥ੍ਰੈਟ ਦਾ ਉਹਦਾ ਕੋਸ਼ੈਂਟ ਹੈ, ਉਹ ਕਾਫੀ ਹਾਈ ਹੈ ਤੇ ਕਾਫੀ ਲੰਬੇ ਸਮੇਂ ਤੋਂ ਚੱਲਦਾ ਪਿਆ। ਉਹਨਾਂ ਨੂੰ ਖਤਰਾ ਅੱਜ ਤੋਂ ਤਕਰੀਬਨ 1.5-2 ਸਾਲ ਪਹਿਲਾਂ ਤੋਂ ਹੈ। ਈਵਨ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਵੀ ਜਿਹੜੀਆਂ ਰੈਕੀਜ਼ ਹੋਈਆਂ, ਇਹ ਕਿਹਾ ਗਿਆ ਕਿ ਮਨਕੀਰਤ ਔਲਖ ਦੀਆਂ, ਤੁਹਾਨੂੰ ਯਾਦ ਹੋਵੇਗਾ ਉਸ ਵਕਤ ਵੀ ਕੁਝ ਲੋਕਾਂ ਦੀ ਜਦੋਂ ਧਰਪਕੜ ਹੁੰਦੀ ਹੈ, ਕਿਸੇ ਹੋਰ ਘਟਨਾ ਦੇ ਵਿੱਚ ਕੁਝ ਗੈਂਗਸਟਰ ਫੜੇ ਗਏ ਤੇ ਉਹਨਾਂ ਤੋਂ ਜਦੋਂ ਪੁੱਛਗਿੱਛ ਹੋਈ, ਉਹਨਾਂ ਨੇ ਦੱਸਿਆ ਕਿ ਜੀ ਮਨਕੀਰਤ ਔਲਖ ਦੀ ਰੈਕੀ ਉਸ ਵਕਤ ਕੀਤੀ ਜਾ ਰਹੀ ਹੈ। ਮੈਂ ਤੁਹਾਨੂੰ 2022 ਦੇ ਸ਼ੁਰੂਆਤ ਦੇ ਕੁਝ ਮਹੀਨਿਆਂ ਦੀ ਗੱਲ ਦੱਸਦਾ ਪਿਆ। ਸੋ ਮਨਕੀਰਤ ਔਲਖ ਉੱਤੇ ਇੱਕ ਲਗਾਤਾਰ ਨਜ਼ਰ ਜਿਹੜੀ ਹੈ ਵਿਰੋਧੀ ਗੈਂਗ ਦੀ, ਜਿਸ ਵਿੱਚ ਕਿ ਦਵਿੰਦਰ ਬੰਬੀਹਾ ਗੈਂਗ ਤੇ ਉਸ ਦੇ ਨਾਲ ਜੁੜੇ ਲੱਕੀ ਪਟਿਆਲ ਵਰਗੇ ਗੈਂਗਸਟਰ ਨੇ, ਉਹਨਾਂ ਦੀ ਰਹੀ ਹੈ। ਹਾਲ ਹੀ ਵਿੱਚ ਤੁਹਾਨੂੰ ਯਾਦ ਹੋਵੇਗਾ 1 ਮਹੀਨਾ ਪਹਿਲਾਂ ਵੀ ਗੌਰਵ ਪਟਿਆਲ ਵੱਲੋਂ ਕੁਝ ਅਜਿਹੇ ਸ਼ੂਟਰ ਸੀਗੇ ਜਿਨ੍ਹਾਂ ਤੋਂ ਹਥਿਆਰ ਵਗੈਰਾ ਮੁਹੱਈਆ ਕਰਵਾਏ ਜਾ ਰਹੇ ਸੀ। ਜੰਮੂ ਤੋਂ ਹਥਿਆਰ ਲੈ ਕੇ ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਇੱਕ ਮੋਡਿਊਲ ਫੜਿਆ ਸੀਗਾ ਜਿਸ ਵਿੱਚ ਕਿ ਕਈ ਗੈਂਗਸਟਰ ਕਾਬੂ ਕੀਤੇ ਗਏ। ਉਹਨਾਂ ਤੋਂ ਵੀ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਇਹੀ ਗੱਲਬਾਤ ਹੈ ਕਿ ਮਨਕੀਰਤ ਔਲਖ ਨੂੰ ਟਾਰਗੇਟ ਕਰਨ ਦਾ ਇਹਨਾਂ ਦਾ ਪਲਾਨ ਹੈ। ਇਹ ਤਾਂ ਹਲੇ ਉਹ ਚੀਜ਼ਾਂ ਨੇ ਜੋ ਕਿ ਪੁਲਿਸ ਦੇ ਨਜ਼ਰ ਵਿੱਚ ਹੈ, ਪੁਲਿਸ ਦੀ ਇਨਫੋਰਮੇਸ਼ਨ ਜਾਂ ਫੜੇ ਹੋਏ ਗੈਂਗਸਟਰਾਂ ਤੋਂ ਜਾਣਕਾਰੀਆਂ ਉਹਨਾਂ ਨੂੰ ਮਿਲ ਪਾਈਆਂ, ਲੇਕਿਨ ਬਿਹਾਈਂਡ ਦ ਸੀਨਸ ਐਸੇ ਬਹੁਤ ਅਟੈਂਪਟ ਹੁੰਦੇ ਰਹਿੰਦੇ ਨੇ, ਬਹੁਤ ਸੀਆਂ ਰੈਕੀਆਂ ਚੱਲ ਰਹੀਆਂ ਨੇ। ਸਿੱਧੂ ਮੂਸੇਵਾਲਾ ਹੋਰਾਂ ਦੇ ਕਤਲ ਤੋਂ ਬਾਅਦ ਮਨਕੀਰਤ ਔਲਖ ਦੇ ਉੱਤੇ ਜਿਹੜਾ ਥ੍ਰੈਟ ਲੈਵਲ ਹੈ, ਉਹਦਾ ਪਰਸੈਪਸ਼ਨ ਉਹ ਬਹੁਤ ਜ਼ਿਆਦਾ ਆਲ ਟਾਈਮ ਹਾਈ ਹੈ। ਉਸ ਦਾ ਇੱਕ ਵੱਡਾ ਕਾਰਨ ਹੈ ਕਿ ਜਿਹੜੀ ਅੰਡਰਵਰਲਡ ਦੀ ਜਿਹੜੀ ਲੜਾਈ ਹੈ ਪੰਜਾਬ ਦੇ ਵਿੱਚ, ਜਿਹੜੀ ਗੈਂਗ ਵਾਰ ਹੈ, ਦਵਿੰਦਰ ਬੰਬੀਹਾ, ਲੱਕੀ ਪਟਿਆਲ, ਸੁਖਪ੍ਰੀਤ ਬੁੱਢਾ, ਇਹ ਜਿਹੜਾ ਗੈਂਗਸ ਦੀ ਲੀਗ ਹੈ, ਇਹਨਾਂ ਦਾ ਸਾਹਮਣਾ ਹੈ ਲਾਰੈਂਸ ਬਿਸ਼ਨੋਈ, ਪਹਿਲਾਂ ਜੱਗੂ ਭਗਵਾਨਪੁਰੀਆ ਵੀ ਇਹਨਾਂ ਦੇ ਨਾਲ ਸੀ ਉਸ ਲੀਗ ਦੇ ਨਾਲ। ਸੋ ਉਹਨਾਂ ਦੀ ਗੈਂਗ ਵਾਰ ਦੇ ਵਿੱਚ ਖੇਡ ਇਹ ਹੈ ਕਿ ਇੱਕ ਦੂਸਰੇ ਦੀ ਹਮਾਇਤੀ ਸਮਝੇ, ਜਿਨ੍ਹਾਂ ਨੂੰ ਇਹ ਸਮਝਦੇ ਰਹੇ ਨੇ ਸਿੰਗਰਸ ਨੂੰ, ਉਹਨਾਂ ਨੂੰ ਢਾਣਾ ਹੈ ਜਾਂ ਉਹਨਾਂ ਦੀ ਵਿਕਟਾਂ ਘੇਰਨੀਆਂ ਨੇ। ਇਹ ਪੂਰੀ ਦੀ ਪੂਰੀ ਲੜਾਈ ਹੀ ਵਿਕਟਾਂ ਘੇਰਨ ਦੀ ਲੜਾਈ ਹੈ, ਜਿਸ ਵਿੱਚ ਸਿੱਧੂ ਮੂਸੇਵਾਲਾ ਵੀ ਸ਼ਿਕਾਰ ਹੋਇਆ। ਸੋ ਇੱਕ ਗੈਂਗ ਵਾਰ ਦੇ ਵਿੱਚ ਅਸੀਂ ਦੇਖਿਆ ਕਿ ਕੋਈ ਅਜਿਹੀ ਗੈਂਗ ਵਾਰ ਨਹੀਂ ਹੈ ਜਿਸ ਵਿੱਚ ਇੱਕ ਗੈਂਗ ਨੇ ਦੂਸਰੇ ਵਿਰੋਧੀ ਗੈਂਗ ਦੇ ਕੁਝ ਗੈਂਗਸਟਰ ਨੂੰ ਮਾਰਤਾ ਹੋਵੇ। ਤੁਸੀਂ ਕਦੇ ਕੋਈ ਇਹੋ ਜਿਹੀ ਗੈਂਗ ਵਾਰ ਦੇਖੀ ਹੋਵੇ ਵੀ, ਜਿਵੇਂ ਆਪਾਂ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਵਕਤ ਮੈਂ ਬੈਠਾ, ਇੱਥੇ ਜਿੰਨੀਆਂ ਵੀ ਗੈਂਗ ਵਾਰਸ ਹੋ ਰਹੀਆਂ ਨੇ ਉਸ ਵਿੱਚ ਪਤਾ ਲੱਗਦਾ ਵੀ ਜੀ ਫਲਾਂ ਗੈਂਗ ਹੈਲਜ਼ ਐਂਜਲ ਹੈ ਜੀ, ਇੱਥੇ ਰੈੱਡ ਸਕੋਰਪੀਅਨਸ ਹੈ ਜੀ, ਯੂਨਾਈਟਿਡ ਨੇਸ਼ਨਸ ਗੈਂਗ ਹੈਗੇ ਨੇ। ਇਹਨਾਂ ਦੀ ਆਪਸ ਦੇ ਵਿੱਚ ਗੈਂਗ ਵਾਰ, ਜਿਹਨਾਂ ਨੂੰ ਲੋਅਰ ਮੇਨਲੈਂਡ ਦੀ ਗੈਂਗ ਵਾਰ ਕਿਹਾ ਜਾਂਦਾ ਹੈ, ਉਸ ਦੇ ਵਿੱਚ ਇੱਕ ਦੂਸਰੇ ਨੂੰ ਇਹ ਲੋਕ ਹਿੱਟ ਕਰਦੇ ਨੇ।
ਲੇਕਿਨ ਇੰਡੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ ਬਹੁਤ ਅਨਫੋਰਚੂਨੇਟ ਟ੍ਰੈਂਡ ਹੈ ਕਿ ਮੇਨ ਗੈਂਗਸਟਰ ਹਿੱਟ ਨਹੀਂ ਹੋ ਰਹੇ, ਮੇਨ ਗੈਂਗ ਦੇ ਮੈਂਬਰ ਹਿੱਟ ਨਹੀਂ ਹੋ ਰਹੇ, ਬਲਕਿ ਸਿੰਗਰਸ ਨੂੰ ਹਿੱਟ ਕਰੀ ਜਾ ਰਹੇ ਨੇ। ਤੇ ਉਹਦੇ ਜ਼ਰੀਏ ਹੀ ਇੱਕ ਆਪਣਾ ਜਿਸ ਨੂੰ ਕਹਿੰਦੇ ਕਿ ਇੱਕ ਕੈਲੀਬਰ ਵਧਾਉਣ ਦੀ ਗੱਲਬਾਤ ਹੈ, ਜਾਂ ਫਿਰ ਬਾਅਦ ਦੇ ਵਿੱਚ ਤੁਸੀਂ ਹੋਰ ਲੋਕਾਂ ਤੋਂ ਡਰਾ ਕੇ, ਸਿੰਗਰਸ ਤੋਂ, ਬਿਜ਼ਨਸਮੈਨ ਤੋਂ ਫਿਰੌਤੀਆਂ ਲੈ ਸਕੋ। ਤੇ ਸਿੱਧੂ ਮੂਸੇਵਾਲਾ ਦੀ ਕਤਲ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਥ੍ਰੈਟ ਜਿਹੜਾ ਪਰਸੈਪਸ਼ਨ ਮਨਕੀਰਤ ਔਲਖ ਨੂੰ ਹਾਈ ਹੋਣ ਦਾ ਇੱਕ ਵੱਡਾ ਕਾਰਨ ਇਹੀ ਹੈ ਕਿ ਗੈਂਗ ਵਾਰ ਦੇ ਵਿੱਚ ਇਹ ਲੋਕ ਸੌਫਟ, ਮੈਂ ਇਹਨੂੰ ਕਹਾਂਗਾ ਵੀ ਸੌਫਟ ਟਾਰਗੇਟਸ ਨੇ ਇਹ ਸਾਰੇ। ਇਹ ਜਿਹਨੂੰ ਕਹਿੰਦਾ ਕਿ ਹੋਲੀ ਕਾਜ਼ ਤੁਸੀਂ ਟਾਰਗੇਟ ਕਰ ਲਓ ਵੀ ਠੀਕ ਹੈ, ਕਿਸੇ ਦੀ ਕਿਸੇ ਨਾਲ ਨੇੜਤਾ। ਹੁਣ ਮਨਕੀਰਤ ਔਲਖ ਦੀ ਜੱਗ ਜ਼ਾਹਰ ਹੈ, ਉਹ ਆਪਣੇ ਮੂੰਹੋਂ ਇੰਟਰਵਿਊਆਂ ਦੇ ਵਿੱਚ ਕਹਿੰਦਾ ਰਿਹਾ ਕਿ ਮੈਂ ਲਾਰੈਂਸ ਦੇ ਹੋਰਾਂ ਦੇ ਨਾਲ ਉਹਨਾਂ ਦੀ ਕਾਲਜ ਦੇ ਦਿਨਾਂ ਦੀ ਸਾਂਝ ਹੈ। ਹੁਣ ਉਸ ਨੂੰ ਕੋਈ ਕੌਣ ਕਿਵੇਂ ਇੰਟਰਪ੍ਰੇਟ ਕਰਦਾ ਹੈ, ਇੱਕ ਵੱਖਰੀ ਗੱਲ ਹੈ, ਲੇਕਿਨ ਇਸ ਕਾਰਨ ਇਹ ਖਤਰਾ ਜਿਹੜਾ ਹੈ ਇਹ ਰੀਅਲ ਹੈ। ਤੇ ਪੁਲਿਸ ਨੇ ਸੁਰੱਖਿਆ ਮੁਹੱਈਆ ਵੀ ਕਰਵਾਈ ਹੋਈ ਹੈ ਤੇ ਜਿਹੜੀਆਂ ਖੁਫੀਆ ਇਨਪੁਟਸ ਸਮੇਂ-ਸਮੇਂ ਤੇ ਆਉਂਦੀਆਂ ਰਹਿੰਦੀਆਂ ਨੇ, ਉਸ ਹਿਸਾਬ ਨਾਲ ਮਨਕੀਰਤ ਦੀ ਮੈਨੂੰ ਲੱਗਦਾ ਸਿਕਿਉਰਿਟੀ ਦੇ ਵਿੱਚ ਵੀ ਪੂਰੇ ਇਹਤਿਆਤ ਵਰਤੇ ਜਾ ਰਹੇ ਨੇ। ਜੀ ਨਿਤੇਸ਼ ਜੀ, ਇੱਥੇ ਗੱਲ ਇੱਕ ਸਵਾਲ ਆ ਜਾਂਦਾ ਵੀ ਪੁਲਿਸ ਦਾ ਫੀਅਰ ਹੋਣਾ ਕ੍ਰਿਮੀਨਲਸ ਦੇ ਮਾਈਂਡ ਦੇ ਅੰਦਰ, ਜਾਂ ਜਿਸ ਹਿਸਾਬ ਨਾਲ ਉੱਥੇ ਕ੍ਰਾਈਮ ਹੋ ਰਿਹਾ ਹੈਗਾ ਉਹ ਦਿਖਾਈ ਕਿਤੇ ਵੀ ਨਹੀਂ ਦੇ ਰਿਹਾ। ਹਾਲਾਂਕਿ ਪੰਜਾਬ ਪੁਲਿਸ ਦੀ ਸਿਕਿਉਰਿਟੀ 24 ਘੰਟੇ ਨਾਲ ਹੈਗੀ ਹੈ ਮਨਕੀਰਤ ਔਲਖ ਦੇ। ਹਾਂ, ਜਦੋਂ ਥ੍ਰੈਟ ਆਉਣ ਤੋਂ ਬਾਅਦ ਜਦੋਂ ਇਹ ਗੱਲ ਸਾਹਮਣੇ ਆ ਜਾਂਦੀ ਹੈ, ਇਨਫੋਰਮੇਸ਼ਨ ਸਾਂਝੀ ਕੀਤੀ ਜਾਂਦੀ ਹੈ, ਫਿਰ ਇੱਕਦਮ ਹੀ ਨਾਕੇ ਲੱਗ ਜਾਂਦੇ ਨੇ। ਉਹ ਸਿਟੀ ਦੇ ਅੰਦਰ, ਮੋਹਾਲੀ ਦੇ ਅੰਦਰ ਫਿਰ ਸਾਰੇ ਪਾਸੇ ਨਾਕੇ ਲਾ ਦਿੱਤੇ ਜਾਂਦੇ ਨੇ, ਫਿਰ ਚੈਕਿੰਗ ਹੋ ਰਹੀ ਹੈ। ਇਹ ਰੈਗੂਲਰਲੀ ਕਿਉਂ ਨਹੀਂ ਹੋ ਪਾਉਂਦੀ? ਇਹ ਰੈਗੂਲਰਲੀ ਕਿਉਂ ਨਹੀਂ ਇਹ ਜੇ ਟੈਬਸ ਰੱਖੇ ਜਾਂਦੇ ਤਾਂ ਕਿ ਨਾ ਇਕੱਲੇ ਸਿੰਗਰ, ਬਾਕੀ ਹੋਰ ਵੀ ਲੋਕ ਸੇਫ ਮਹਿਸੂਸ ਕਰਨ? ਨਹੀਂ ਦੇਖੋ, ਮੈਂ ਇੱਥੇ ਵੀ ਥੋੜ੍ਹਾ ਜਿਹਾ ਡਿਸਐਗਰੀ ਕਰਾਂਗਾ ਤੁਹਾਡੇ ਨਾਲ। ਐਸਾ ਨਹੀਂ ਹੈ, ਪੰਜਾਬ ਪੁਲਿਸ ਆਪਣਾ ਕੰਮ ਕਰ ਰਹੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਸ ਵਕਤ ਜੇ ਕੋਈ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਜਿਹੜੀ ਨਾਮੋਸ਼ੀ ਪੂਰੇ ਦੇ ਪੂਰੇ ਸਿਸਟਮ ਨੂੰ ਹੋਈ ਹੈ, ਉਹਦੇ 'ਚ ਕੋਈ ਇਕੱਲਾ ਇੱਕ ਪਾਰਟੀ, ਇੱਕ ਸਰਕਾਰ, ਇੱਕ ਅਫਸਰ ਜ਼ਿੰਮੇਵਾਰ ਨਹੀਂ ਹੈ, ਬਲਕਿ ਇੱਕ ਪੂਰਾ ਦਾ ਪੂਰਾ ਸਿਸਟਮ ਨਿਰਾਸ਼ ਹੈ। ਜਿੱਡਾ ਵੱਡਾ ਘਾਟਾ ਪੰਜਾਬ ਨੂੰ ਪਿਆ ਤੇ ਉਹਦੀ ਭਰਪਾਈ ਤਾਂ ਹੋਣੀ ਪਾਣੀ, ਤੇ ਉਸ ਚੀਜ਼ ਦੀ ਤੌਹਮਤ ਲੈ ਕੇ ਹਮੇਸ਼ਾ ਹੀ ਜਿਹੜੇ ਸਮੇਂ ਦੇ ਹਾਕਮ ਨੇ ਉਹਨਾਂ ਨੂੰ ਅੱਗੇ ਤੁਰਨਾ ਪੈਣਾ ਹੈ। ਇਨਸਾਫ ਦੀ ਗੱਲ ਅੱਜ ਵੀ ਜਸਟਿਸ ਫॉर ਸਿੱਧੂ ਮੂਸੇਵਾਲਾ ਦੇ ਹੈਸ਼ਟੈਗ ਦੇ ਵਿੱਚ ਆਪਾਂ ਸੁਣਦੇ ਹਾਂ, ਗੂੰਜਦੀ ਪਈ ਉਹ ਗੱਲਬਾਤ, ਡਿਮਾਂਡ ਅਜੇ ਦੀ ਖੜੀ ਹੈ। ਲੇਕਿਨ ਇੱਥੇ ਮਸਲਾ ਇਹ ਹੈ ਕਿ ਇਸ ਵਕਤ ਜਿਹੜੀ ਡੈਸਪਰੇਸ਼ਨ ਹੈ, ਤੁਸੀਂ ਇਹ ਸਮਝੋ ਕਿ ਦਵਿੰਦਰ ਬੰਬੀਹਾ ਜਿਹੜਾ ਗੈਂਗ ਹੈ ਉਹਦੀ ਡੈਸਪਰੇਸ਼ਨ ਇਸ ਵਕਤ ਇਹ ਹੈ ਕਿ ਉਹਨਾਂ ਨੇ ਕੋਈ ਵੱਡੀ ਵਿਕਟ ਗੇਰਨੀ ਹੈ। ਮੈਂ ਤੁਹਾਨੂੰ ਇੱਕ ਸਪੈਸੀਫਿਕ ਸ਼ਬਦ ਵਰਤ ਰਿਹਾ ਕਿਉਂਕਿ ਇਹ ਗੈਂਗ, ਇਹਨਾਂ ਦੀ ਭਾਸ਼ਾ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕਰਨਾ ਵੀ ਇੱਕ ਵਿਕਟ ਗੇਰਨਾ ਸੀ ਇਹਨਾਂ ਦੇ ਮੁਤਾਬਕ ਗੈਂਗਸ ਦੇ ਵਿੱਚ। ਸੋ ਪਰਪਸ ਇਹ ਹੈ ਕਿ ਆਪਣੀ ਜਿਹਨੂੰ ਯੂ ਕੈਨ ਅਪ ਦ ਐਂਟ, ਅੰਗਰੇਜ਼ੀ ਦਾ ਇੱਕ ਐਕਸਪ੍ਰੈਸ਼ਨ ਹੈ, ਯੂ ਅਪ ਐਨ ਐਂਟ, ਵੀ ਤੁਸੀਂ ਆਪਣਾ ਲੈਵਲ ਉੱਤੇ ਚੱਕਣਾ ਹੈ। ਸੋ ਉਸ ਪੂਰੀ ਦੀ ਪੂਰੀ ਕਵਾਇਦ ਦੀ ਬਲੀ ਸਿੱਧੂ ਮੂਸੇਵਾਲਾ ਚੜਿਆ, ਜਿਸਦਾ ਆਪਣਾ ਕਿੰਨਾ ਕੁ ਇਨਵੋਲਵਮੈਂਟ ਸੀ, ਉਹਦੀ ਕਿੰਨੀ ਕੁ ਭੂਮਿਕਾ ਸੀ ਇਹਨਾਂ ਲੋਕਾਂ ਦੇ ਨਾਲ, ਉਹ ਤਾਂ ਸਥਾਪਿਤ ਨਹੀਂ ਹੋ ਪਾਈ, ਲੇਕਿਨ ਫਿਰ ਵੀ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਫਿਰ ਹਰ ਕਿਸਮ ਦੇ ਬਹਾਨੇ ਜਾਂ ਰੀਜ਼ਨ ਦੱਸੇ ਗਏ, ਨਹੀਂ ਜੀ ਸਿੱਧੂ ਮੂਸੇਵਾਲਾ ਕੁਝ ਗੈਂਗਸਟਰ ਦੇ ਨਾਲ ਅਲਾਈਨਡ ਸੀ, ਉਹਦੇ ਕੋਈ ਤਾਲੁਕ ਸੀ, ਲਿੰਕ ਸੀ, ਇਹ ਸੀ ਉਹ ਸੀ, ਸਾਰੀਆਂ ਅੰਦਰ ਖਾਤੇ ਦੀਆਂ ਗੱਲਾਂ ਬਾਤਾਂ ਬਣਾ ਕੇ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ। ਇਸੇ ਤਰੀਕੇ ਦੇ ਨਾਲ ਮਨਕੀਰਤ ਔਲਖ ਦੀ ਤਾਂ ਜਿਹੜੀ ਆਪਸ ਦੇ ਵਿੱਚ ਸੰਬੰਧ ਰਹੇ ਨੇ ਉਹ ਓਪਨ ਰਹੇ ਨੇ। ਸੋ ਇਸ ਵਕਤ ਜਿਹੜੀ ਡੈਸਪਰੇਸ਼ਨ ਹੈਗੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਜਸਟਿਸ ਕੌਣ ਕਿਸ ਮੰਨਦਾ ਹੈ, ਕੌਣ ਮਤਲਬ ਇਹ ਸਮਝਿਆ ਜਾਂਦਾ ਨਾ ਕਿ ਇੱਕ ਤਾਂ ਆਮ ਲੋਕ ਮੰਨਦੇ ਨੇ ਕਿ ਜੇ ਜਿਹੜੇ ਦੋਸ਼ੀਆਂ ਨੂੰ ਫੜਿਆ ਜਾਏ, ਗੋਲਡੀ ਬਰਾੜ ਨੂੰ ਤੁਸੀਂ ਬਾਹਰੋਂ ਫੜ ਕੇ ਲੈ ਕੇ ਆਓ, ਲੇਕਿਨ ਜਿਹੜੇ ਅੰਡਰਵਰਲਡ ਹੈ ਉਸ ਦੇ ਵਿੱਚ ਇਹ ਕਿਹਾ ਜਾਂਦਾ ਕਿ ਯਾਰ ਇਹਦਾ ਇਲਾਜ ਕੁਝ ਹੋਰ ਹੈ, ਇਹਦਾ ਕੁਝ ਐਸਾ ਕਾਊਂਟਰ ਰਿਐਕਸ਼ਨ ਦਿਓ, ਕੋਈ ਅਜਿਹਾ ਜਵਾਬੀ ਕਾਰਵਾਈ ਹੋਏ। ਹੁਣ ਜਵਾਬੀ ਕਾਰਵਾਈ ਦੇ ਵਿੱਚ ਕੀ ਕਾਰਵਾਈ ਹੋ ਸਕਦੀ ਹੈ? ਤੁਸੀਂ ਜਾਂ ਤਾਂ ਇੰਨਾ ਹਿੰਮਤ ਹੋਵੇ ਲੋਕਾਂ ਦੇ ਵਿੱਚ ਵੀ ਜਾ ਕੇ ਇੱਕ ਦੂਸਰੇ ਗੈਂਗਸਟਰਾਂ ਨੂੰ ਮਾਰੋ, ਫਿਰ ਤਾਂ ਉਸ ਗੈਂਗਵਾਰ ਦਾ ਮੈਨੂੰ ਲੱਗਦਾ ਨਾ ਤਾਂ ਪੰਜਾਬ ਨੂੰ ਕੋਈ ਘਾਟਾ ਹੈ, ਨਾ ਉਸ ਦੇ ਵਿੱਚ ਮੈਨੂੰ ਪੁਲਿਸ ਨੂੰ ਕੋਈ ਇਤਰਾਜ਼ ਹੈ। ਸਰਕਾਰਾਂ ਖੁਸ਼, ਲੋਕ ਖੁਸ਼ ਵੀ ਠੀਕ ਹੈ, ਆਪਸ ਦੇ ਵਿੱਚ ਗੈਂਗਵਾਰ ਹੋਏ, ਗੈਂਗਸਟਰ ਇੱਕ ਗੈਂਗਸਟਰ ਦੂਜੇ ਨੂੰ ਮਾਰੇ, ਸਿਆਪਾ ਖਤਮ ਹੋਵੇ। ਲੇਕਿਨ ਇੱਥੇ ਹੋ ਨਹੀਂ ਰਿਹਾ। ਤੇ ਚਾਹੇ ਉਹ ਵਿੱਕੀ ਮਿੱਡੂ ਖੇੜਾ ਸੀ, ਚਾਹੇ ਉਹ ਸਿੱਧੂ ਮੂਸੇਵਾਲਾ ਸੀ, ਚਾਹੇ ਉਹ ਸੰਦੀਪ ਨੰਗਲ ਅੰਬੀਆਂ ਸੀ, ਇਹ ਸਾਰੇ ਦੇ ਸਾਰੇ ਸੌਫਟ ਟਾਰਗੇਟ ਸੀ ਜਿਹੜੇ ਕਿ ਨਿਸ਼ਾਨੇ ਬਣਾਏ ਗਏ। ਤੇ ਇਸ ਤੋਂ ਪਹਿਲਾਂ ਤੇ ਇਸ ਤੋਂ ਬਾਅਦ ਵੀ ਇਹ ਤਾਂ ਚਲੋ ਉਹ ਲੋਕ ਨੇ ਜਿਹੜੇ ਕਿ ਥੋੜ੍ਹੇ ਖੁਦ ਸਿਤਾਰੇ ਸੀ, ਸਟਾਰ ਸੀ, ਇਹਨਾਂ ਦੀ ਸੈਲੈਬ੍ਰਿਟੀ ਸਟੇਟਸ ਹੈ, ਇੱਕ ਫੇਮ ਦਾ ਕੋਸ਼ੈਂਟ ਵੀ ਹੈ, ਜਿਸ ਕਰਕੇ ਇਹ ਲੋਕ ਸੁਰਖੀਆਂ ਦੇ ਵਿੱਚ ਨੇ। ਲੇਕਿਨ ਇਹੀ ਫੇਮ ਦਾ ਕੋਸ਼ੈਂਟ ਇਹਨਾਂ ਲਈ ਦੁਵਿਧਾ ਹੈ, ਕਿਉਂਕਿ ਜਿੰਨਾ ਤੁਸੀਂ ਵੱਡਾ ਸੈਲੈਬ੍ਰਿਟੀ ਟਾਰਗੇਟ ਕਰੋਗੇ ਉਨਾ ਹੀ ਇਹ ਤੁਹਾਨੂੰ ਅਹਿਸਾਸ ਹੋਏਗਾ ਕਿ ਨਹੀਂ ਤੁਸੀਂ ਆਪਣੇ ਗੈਂਗ ਨੂੰ ਇੱਕ ਹੋਰ ਵੱਖਰੇ ਲੈਵਲ 'ਤੇ ਲਗਾਏ ਹੋ। ਸੋ ਪਿਛਲੇ ਕਾਫੀ ਸਮਿਆਂ ਤੋਂ ਜਿਹੜਾ ਦਵਿੰਦਰ ਬੰਬੀਹਾ ਗੈਂਗ ਹੈ ਜਾਂ ਉਹਨਾਂ ਦੇ ਨਾਲ ਅਲਾਈਨਡ ਜਿਹੜੇ ਗੈਂਗ ਰਹੇ ਨੇ, ਕੌਸ਼ਲ ਚੌਧਰੀ ਵਗੈਰਾ, ਦੇਖੋ ਉਹਨਾਂ ਨੇ ਸੰਦੀਪ ਨੰਗਲ ਅੰਬੀਆਂ ਨੂੰ ਹਿੱਟ ਕੀਤਾ, ਫਿਰ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਉਹਨਾਂ ਨੇ ਵਿੱਕੀ ਮਿੱਡੂ ਖੇੜਾ ਨੂੰ ਮਾਰਿਆ, ਹੋਰ ਵੀ ਅੱਗੇ ਪਿੱਛੇ ਕਈ ਲੋਕਾਂ ਨੂੰ ਉਹਨਾਂ ਨੇ ਟਾਰਗੇਟ ਕੀਤਾ। ਲੇਕਿਨ ਦੂਸਰੇ ਪਾਸੋਂ ਦੀ ਜਿਹੜੇ ਨਿਸ਼ਾਨੇ ਬਣਾਏ ਜਾਣ ਵਾਲੇ ਲੋਕ ਸੀ, ਉਹਨਾਂ ਨੇ ਇੱਕ ਕਲਾਈਮੈਕਸ ਨੂੰ ਛੂਇਆ ਜਦੋਂ ਸਿੱਧੂ ਮੂਸੇਵਾਲਾ ਨੂੰ ਟਾਰਗੇਟ ਕੀਤਾ। ਉਸ ਤੋਂ ਬਾਅਦ ਵੀ ਕਈ ਟਾਰਗੇਟਿਡ ਕਿਲਿੰਗਸ ਹੋਈਆਂ। ਸੋ ਹੁਣ ਇਹ ਗੈਂਗਸ ਦੀ ਆਪਸ ਦੀ ਗੈਂਗ ਵਾਰ ਹੈ, ਜਿਸ ਦੇ ਵਿੱਚ ਕਿ ਆਪਣੇ ਆਪ ਨੂੰ ਦੂਸਰੇ ਨਾਲੋਂ ਬਿਹਤਰ ਜਾਂ ਉੱਚਾ ਸਾਬਿਤ ਕਰਨ, ਜਾਂ ਇਹ ਕਹਿ ਲਈਏ ਕਿ ਇਹਨਾਂ ਦੇ ਵੀ ਦੁਕਾਨ ਚੱਲਦੀ ਰਹੇ,
ਇਹਨਾਂ ਨੂੰ ਵੀ ਫਿਰੌਤੀਆਂ ਦੀ ਵਸੂਲੀ ਦਾ ਜਿਹੜਾ ਧੰਦਾ ਹੈ ਉਹ ਕਰਨਾ ਸਭ ਨੇ। ਸੋ ਇਹ ਉਸ ਚੱਕਰ ਦੇ ਵਿੱਚ ਹੁਣ ਕਿਸੇ ਨਾ ਕਿਸੇ ਅਜਿਹੇ ਸੈਲੀਬ੍ਰਿਟੀ ਨੂੰ ਨਿਸ਼ਾਨਾ ਬਣਾਉਣ ਦੇ ਮੂਡ ਦੇ ਵਿੱਚ ਹੈਗੇ ਨੇ। ਇੱਥੇ ਕਾਫੀ ਸਮੇਂ ਤੋਂ ਕੋਸ਼ਿਸ਼ ਚੱਲਦੀ ਪਈ ਹੈ। ਮਨਕੀਰਤ ਔਲਖ ਨੂੰ ਜਿਹੜਾ ਖਤਰਾ ਉਹ ਐਕਚੁਅਲ ਦੇ ਵਿੱਚ ਬਹੁਤ ਸੀਰੀਅਸ ਥ੍ਰੈਟ ਪਰਸੈਪਸ਼ਨ ਹੈ। ਇਹ ਜੇ ਮਾਹੌਲ 'ਚ ਜਿਹੜਾ ਮਾਹੌਲ ਹੈਗਾ ਵੀ ਆਰਟਿਸਟ ਇੱਥੇ ਪਰਫਾਰਮ ਨਹੀਂ ਕਰ ਪਾ ਰਹੇ, ਇੰਨੀ ਵੱਡੀ ਇੰਡਸਟਰੀ ਹੈ ਜਿਹਦੇ ਨਾਲ ਬਹੁਤ ਸਾਰੀ ਡਾਇਰੈਕਟਲੀ ਇਨਡਾਇਰੈਕਟਲੀ ਇਕਨੋਮੀ ਵੀ ਪੰਜਾਬ ਦੀ ਜੁੜੀ ਹੋਈ ਹੈ, ਇੰਨਾ ਕਰਜ਼ਾ ਤੇ ਇੰਪਲੋਇਮੈਂਟ ਤਾਂ ਹੈ ਨਹੀਂ ਕਿ ਪੰਜਾਬ ਦੇ ਅੰਦਰ ਬਹੁਤੀ ਜ਼ਿਆਦਾ। ਪਰ ਜੇ ਇਹ ਜੀ ਇੰਡਸਟਰੀ ਜਿਹੜੀ ਫਲਰਿਸ਼ਿੰਗ ਇੰਡਸਟਰੀ ਹੈ ਉਹਦੇ ਵੀ ਜਿਹੜੇ ਵੱਡੇ ਵੱਡੇ ਕਲਾਕਾਰ ਨੇ ਜੇ ਉਹ ਆਉਣੋਂ ਜਾਣੋਂ ਬਾਹਰ ਨਿਕਲਣੋਂ ਹਟ ਜਾਣਗੇ ਫਿਰ ਇਹ ਚੱਲੂਗਾ ਕਿਵੇਂ ਕੰਮ ਸਾਰਾ ਹੈਗਾ। ਬਾਹਰਲੇ ਵਾਲੇ ਤਾਂ ਵੈਸੇ ਹੀ ਪੰਜਾਬ ਆ ਕੇ ਰਾਜੀ ਨਹੀਂ ਹੈਗੇ, ਹੁਣ ਉਹ ਬਾਹਰੋਂ ਬਾਹਰ ਮੁੜ ਜਾਂਦੇ ਨੇ ਤੇ ਜਿਹੜੇ ਆਲਰੇਡੀ ਪੰਜਾਬ 'ਚ ਹੈਗੇ ਉਹਨਾਂ ਦੇ ਉੱਤੇ ਵੀ ਇੰਨਾ ਵੱਡਾ ਖਤਰਾ ਹੈ। ਤਾਂ ਇਹ ਗੱਲ ਕਹਾਣੀ ਅੱਗੇ ਕਿਵੇਂ ਤੁਰੂਗੀ, ਕਿਵੇਂ ਇਹਨਾਂ ਨੂੰ ਸਿਕਿਉਰ ਐਟਮੋਸਫੇਅਰ ਦਿੱਤਾ ਜਾਣਾ ਚਾਹੀਦਾ। ਮੈਂ ਤਾਂ ਕਹਿ ਰਿਹਾ ਸੀ ਕਿਉਂਕਿ ਸਿੱਧੂ ਮੂਸੇਵਾਲੇ ਨੂੰ ਵੀ ਪਹਿਲਾਂ ਬਹੁਤ ਸਾਰੀਆਂ ਇਨਫੋਰਮੇਸ਼ਨ ਇੰਟੈਲ ਸੀਗੀਆਂ ਵੀ ਉਹ ਟਾਰਗੇਟ ਬਣੂਗਾ, ਆ ਰਹੀਆਂ ਸੀਗੀਆਂ, ਬੰਦੇ ਵੀ ਫੜੇ ਗਏ ਸੀ ਮਾਨਸਾ ਤੋਂ, ਜਾਂ ਇਲੈਕਸ਼ਨ ਵੇਲੇ ਬੰਦੇ ਆਉਂਦੇ ਆ, ਸਟਾਫ ਮਿਲ ਕੇ ਜਾਂਦਾ, ਉਸ ਤੋਂ ਬਾਅਦ ਵੀ ਇੰਨਾ ਵੱਡਾ ਐਕਸ਼ਨ ਹੋ ਜਾਂਦਾ, ਇੰਨੀ ਵੱਡੀ ਕਾਰਵਾਈ ਕੀਤੀ ਜਾਂਦੀ ਹੈ। ਤਾਂ ਉਸੇ ਤਰ੍ਹਾਂ ਦਾ ਮਾਹੌਲ ਹੁਣ ਇੱਥੇ ਘਰ ਤੱਕ ਤਾਂ ਆ ਗਏ, ਕੱਲ ਨੂੰ ਜੇ 19-21 ਹੋ ਜਾਂਦੀ ਤਾਂ ਉਹ ਵੀ ਵੱਡਾ ਅਫੋਰਡ ਕਰ ਸਕਦੀ ਸਰਕਾਰ ਇਹ ਜੀ ਗੱਲਬਾਤ ਨੂੰ। ਦੇਖੋ ਕੋਈ ਨਹੀਂ ਅਫੋਰਡ ਕਰ ਸਕਦਾ ਜੀ ਪੰਜਾਬ ਦੇ ਵਿੱਚ ਇਹ ਚੀਜ਼ ਨੂੰ ਇਸ ਵਕਤ ਹੁਣ ਨੋਬਡੀ ਕੈਨ ਅਫੋਰਡ ਇਟ। ਲੇਕਿਨ ਤੁਸੀਂ ਇਹ ਗੈਂਗਸ ਦੀ ਇੰਟਰਨਲ ਜਿਹੜੀ ਗੈਂਗ ਵਾਰ ਹੈ ਉਸ ਦੀ ਡੈਸਪਰੇਸ਼ਨ ਹੈ। ਸੋ ਡੈਸਪਰੇਸ਼ਨ ਦੇ ਵਿੱਚ ਹਰ ਲੈਵਲ ਕ੍ਰਾਸ ਕਰਨਾ ਚਾਹੁੰਦੇ ਨੇ ਉਹ ਅਨਸਰ, ਉਹਨਾਂ ਦਾ ਬਸ ਨਹੀਂ ਚੱਲਦਾ ਪਿਆ ਤੇ ਆਪਾਂ ਇਸ ਨੂੰ ਇਹਦਾ ਸਿਹਰਾ ਥੋੜਾ ਨਹੀਂ ਕਿਉਂ ਕਾਫੀ ਹੱਦ ਤੱਕ ਸਾਨੂੰ ਦੇਣਾ ਪੈਣਾ ਹੈ। ਪੁਲਿਸ ਦੀ ਸਾਡੀ ਜਿਹੜੀ ਸੁਰੱਖਿਆ ਏਜੰਸੀਆਂ ਨੂੰ ਦੇਣਾ ਪੈਣਾ ਹੈ। ਦੇਖੋ ਚੰਡੀਗੜ੍ਹ ਪੁਲਿਸ ਦਾ ਆਪਰੇਸ਼ਨ ਸੈੱਲ ਨੇ ਬੰਦੇ ਫੜੇ, ਜਾਂ ਪੰਜਾਬ ਪੁਲਿਸ ਦੀ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ, ਇੰਟੈਲੀਜੈਂਸ ਡਿਪਾਰਟਮੈਂਟ ਹੈ। ਠੀਕ ਹੈ, ਹੋਰ ਅਸੀਂ तमाम ਕਿਸਮ ਦੇ ਇਹਨਾਂ ਦੇ ਕ੍ਰਿਟਿਸਿਜ਼ਮ ਵੀ ਕਰਦੇ ਹਾਂ, ਇੰਟੈਲੀਜੈਂਸ ਦੇ ਫੇਲੀਅਰਸ ਦੀ ਗੱਲਬਾਤ ਵੀ ਕਰਦੇ ਹਾਂ। ਲੇਕਿਨ ਬਹੁਤ ਸੇ ਕੇਸਾਂ ਦੇ ਵਿੱਚ ਅਜਿਹਾ ਕੰਮ ਹੋ ਰਿਹਾ ਹੁੰਦਾ ਜਦੋਂ ਕਿ ਇੰਟੈਲੀਜੈਂਸ ਇਨਪੁਟਸ ਮਿਲ ਰਹੀਆਂ ਹੁੰਦੀਆਂ ਅੰਦਰ ਖਾਤੇ, ਜੋ ਕਿ ਅਕਸਰ ਪਬਲਿਕ ਡੋਮੇਨ ਦੇ ਵਿੱਚ ਨਹੀਂ ਆਉਂਦੀਆਂ। ਸੋ ਅੰਦਰ ਜੇ ਕੋਈ ਅਜਿਹੀ ਗੱਲਾਂ ਬਾਤਾਂ ਹੁੰਦੀਆਂ ਨੇ, ਰੈਕੀਜ਼ ਵਗੈਰਾ ਹੁੰਦੀਆਂ ਨੇ, ਉਹ ਖਬਰਾਂ ਆਉਂਦੀਆਂ ਨੇ। ਇਨਫੈਕਟ ਮਨਕੀਰਤ ਔਲਖ ਨੂੰ ਜਦੋਂ ਪਹਿਲੀ ਵਾਰ ਤੁਹਾਨੂੰ ਯਾਦ ਹੋਏਗਾ ਪਿਛਲੇ ਸਾਲ ਚਰਚਾ ਉੱਠੀ ਸੀ ਸ਼ੁਰੂਆਤੀ ਮਹੀਨਿਆਂ ਦੇ ਵਿੱਚ ਕਿ ਮਨਕੀਰਤ ਔਲਖ ਨਿਸ਼ਾਨੇ ਤੇ ਹੈਗੇ ਨੇ, ਕਿ ਰੈਕੀ ਵਗੈਰਾ ਉਹਨਾਂ ਦੀ ਹੋ ਗਈ ਸੀ, ਤਾਂ ਉਸ ਵਕਤ ਵੀ ਪੁਲਿਸ ਨੇ ਜਾਣਕਾਰੀ ਨਹੀਂ ਦਿੱਤੀ ਸੀ, ਇੱਕ ਲੀਕ ਹੋ ਗਿਆ ਸੀਗਾ, ਉਹ ਇਨਫੋਰਮੇਸ਼ਨ ਪਬਲਿਕ ਡੋਮੇਨ 'ਚ ਆ ਗਈ ਸੀ। ਉਸ ਤੋਂ ਬਾਅਦ ਬਹੁਤ ਰੌਲਾ ਪਿਆ ਤੇ ਕਈ ਲੋਕ ਤਾਂ ਇਹ ਵੀ ਮੰਨਦੇ ਨੇ, ਇਨਫੈਕਟ ਇਹ ਚੀਜ਼ ਸਮਝੀ ਵੀ ਜਾਂਦੀ ਹੈ ਕਿਉਂਕਿ ਮਨਕੀਰਤ ਔਲਖ ਦੀ ਜਦੋਂ ਰੈਕੀ ਹੋਣ ਦੀ ਜਾਣਕਾਰੀ ਨਿਕਲ ਕੇ ਆਉਂਦੀ ਹੈ ਉਸ ਵਕਤ ਵਿਰੋਧੀ ਗੈਂਗ ਯਾਨੀ ਕਿ ਲਾਰੈਂਸ ਬਿਸ਼ਨੋਈ ਜਾਂ ਗੋਲਡੀ ਬਰਾੜ, ਉਹਨਾਂ ਨੇ ਇਸ ਚੀਜ਼ ਨੂੰ ਹੋਰ ਜ਼ਿਆਦਾ ਆਪਣੇ ਆਪ ਤੇ ਲੈ ਲਿਆ ਕਿ ਇਹ ਮਨਕੀਰਤ ਔਲਖ ਨੂੰ ਹਿੱਟ ਕਰਨਾ ਚਾਹ ਰਹੇ ਨੇ। ਮੈਂ ਪਹਿਲਾਂ ਵੀ ਕਈ ਵਾਰ ਸ਼ਾਇਦ ਜ਼ਿਕਰ ਕੀਤਾ ਹੈ, ਆਈ ਡੋਂਟ ਨੋ ਆਪਣੀ ਗੱਲਬਾਤ ਦੇ ਵਿੱਚ ਇਹ ਗੱਲਬਾਤ ਆਈ ਹੈ ਨਹੀਂ ਹੈ, ਜਦੋਂ ਤੁਸੀਂ ਵਿੱਕੀ ਮਿੱਡੂ ਖੇੜਾ ਦਾ ਕਤਲ ਹੁੰਦਾ ਵੇਖਿਆ, ਫਿਰ ਨੰਗਲ ਅੰਬੀਆਂ ਦਾ ਕਤਲ ਹੁੰਦਾ ਵੇਖਿਆ, ਇਹ ਦੋਵੇਂ ਹਿੱਟਸ ਜਿਹੜੀਆਂ ਸੀਗੀਆਂ ਇਹ ਕੌਸ਼ਲ ਚੌਧਰੀ ਤੇ ਬੰਬੀਹਾ ਗੈਂਗ ਵੱਲੋਂ ਕਰਵਾਈਆਂ ਗਈਆਂ। ਸੁੱਖਾ ਦੁਨੇਕੀਆ ਜਿਹੜੇ ਸੁਖਪ੍ਰੀਤ ਬੁੱਢਾ ਵਗੈਰਾ ਗੈਂਗਸਟਰ ਹੈਗੇ ਨੇ, ਸੋ ਉਹਨਾਂ ਵੱਲੋਂ ਇਹ ਇੱਕ ਤੋਂ ਬਾਅਦ ਇੱਕ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਤਿਆਰੀ ਸੀ ਮਨਕੀਰਤ ਔਲਖ ਦੀ। ਸੋ ਜਦੋਂ ਇਹ ਜਾਣਕਾਰੀ ਨਿਕਲੀ ਕਿ ਮਨਕੀਰਤ ਔਲਖ ਨੂੰ ਹੁਣ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਅਗਲਾ ਹੁਣ ਨਿਸ਼ਾਨਾ ਰੈਕੀ ਉਹਦੀ ਹੋ ਗਈ ਹੈ, ਸੋ ਉਸ ਵਕਤ ਇਹ ਡੈਸਪਰੇਸ਼ਨ ਲਾਰੈਂਸ ਹੋਣਾ ਦੇ ਜਾਂ ਗੋਲਡੀ ਬਰਾੜ ਹੋਣਾ ਦੇ ਵਿੱਚ ਆਈ ਵੀ ਜੇ ਹੁਣ ਅਸੀਂ ਕੋਈ ਜਵਾਬ ਐਕਸ਼ਨ ਨਹੀਂ ਕੀਤਾ। ਹੁਣ ਇਹ ਕਿਸ ਨੂੰ ਪਤਾ ਸੀਗਾ ਕਿ ਉਹਨਾਂ ਨੇ ਟਾਰਗੇਟ ਸਿੱਧੂ ਮੂਸੇਵਾਲਾ, ਜਿਸ ਨੂੰ ਕਿ ਪਹਿਲਾਂ ਤੋਂ ਲਈ ਬੈਠੇ ਸੀ ਤੇ ਐਡਾ ਵੱਡਾ ਉਹਨਾਂ ਨੇ ਨਿਸ਼ਾਨਾ ਚੂਜ਼ ਕੀਤਾ ਹੋਇਆ ਤੇ ਉਹਨਾਂ ਨੇ ਉਹ ਵਾਰਦਾਤ ਤੇ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ ਵਾਲੀ ਗੱਲ ਹੋਈ। ਉੱਥੇ ਸਿਕਿਉਰਿਟੀ ਵੀ ਸੀ, ਉਦੋਂ ਗਨਮੈਨ ਵੀ ਸੀ, ਲੇਕਿਨ ਚਲੋ ਕਹਿੰਦੇ ਆਈ ਜਦੋਂ ਸਮਾਂ ਅਜਿਹਾ ਚੱਲ ਰਿਹਾ ਹੋਵੇ, ਮਾੜੇ ਹਾਲਾਤ ਹੋਣ, ਕਿਸਮਤ ਮਾੜੀ ਹੋਵੇ ਤਾਂ ਫਿਰ ਉਸ ਫੈਕਟਰ ਜਿਹੜੇ ਤੁਹਾਨੂੰ ਬਚਾਉਣ ਵਾਲੇ ਹੁੰਦੇ ਨੇ ਉਹ ਵੀ ਜ਼ਿਆਦਾ ਅਸਰਦਾਰ ਨਹੀਂ ਰਹਿੰਦੇ ਤੇ ਸਿੱਧੂ ਮੂਸੇਵਾਲਾ ਦੇ ਕੇਸ ਵਿੱਚ ਇਹ ਹੋਇਆ। ਬੇਸ਼ੱਕ ਉਹਦੀ ਸਿਕਿਉਰਿਟੀ ਡਾਊਨਗ੍ਰੇਡ ਕੀਤੀ ਗਈ ਲੇਕਿਨ ਜਿੰਨੀ ਸੁਰੱਖਿਆ ਸੀ ਉਹ ਵੀ ਉਸ ਦਿਨ ਉਹਨਾਂ ਕੋਲ ਨਹੀਂ ਸੀ। ਸੋ ਇਹ ਇੱਕ ਡੈਸਪਰੇਸ਼ਨ ਹੈਗੀ ਹੈ ਤੇ ਇਹਨੂੰ ਅਫੋਰਡ ਨਹੀਂ ਕੀਤਾ ਜਾ ਸਕਦਾ। ਮਿਊਜ਼ਿਕ ਇੰਡਸਟਰੀ ਜਾਂ ਸਾਡਾ ਐਂਟਰਟੇਨਮੈਂਟ ਜਗਤ ਆਲਰੇਡੀ ਇਹਨਾਂ ਗੈਂਗਸਟਰਾਂ ਦੇ ਅੱਗੇ ਹਥਿਆਰ ਤਾਂ ਪਹਿਲਾਂ ਹੀ ਪਾ ਚੁੱਕਾ ਸੀ। ਜਿਹੜੇ 2-4 ਅਜਿਹੇ ਕਲਾਕਾਰ ਹੈਗੇ ਨੇ ਜੋ ਇਸ ਵਕਤ ਇਹਨਾਂ ਦੇ ਸਾਹਮਣੇ ਝੁਕਣ ਨੂੰ ਤਿਆਰ ਨਹੀਂ ਹੈਗੇ ਨੇ, ਉਹ ਲੋਕ ਆਲਰੇਡੀ ਸੁਰੱਖਿਆ ਦੇ ਬਹੁਤ ਹੀ ਸਖਤ ਸਾਏ ਹੇਠ ਹੈਗੇ ਨੇ ਤੇ ਅੰਦਰ ਖਾਤੇ ਕਿੰਨੇ ਲੋਕਾਂ ਨੂੰ ਕੰਪਰੋਮਾਈਜ਼ ਕਰਕੇ, ਠੀਕ ਹੈ ਹਰ ਬੰਦਾ ਦੱਸਦਾ ਥੋੜ੍ਹਾ ਨਾ ਵੀ ਕਿੰਨਾ ਉਹਨੇ ਪ੍ਰੋਟੈਕਸ਼ਨ ਮਨੀ ਦਿੱਤਾ, ਲੇਕਿਨ ਅੰਦਰ ਖਾਤੇ ਕੰਮ ਚੱਲਦਾ ਪਿਆ, ਪਹਿਲਾਂ ਵੀ ਚੱਲਦਾ ਸੀਗਾ ਤੇ ਅੱਜ ਵੀ ਚੱਲਦਾ ਪਿਆ ਹੋਏਗਾ। ਇਹ ਸੋਚ ਲੈਣਾ ਕਿ ਸਾਡੇ ਐਂਟਰਟੇਨਮੈਂਟ ਜਗਤ ਦੇ ਜਿਹੜੇ ਸਿਤਾਰੇ ਨੇ, ਅਦਾਕਾਰ ਹੈਗੇ ਨੇ, ਉਹ ਅੰਡਰਵਰਲਡ ਦੇ ਸਾਹਮਣੇ ਉਹਨਾਂ ਨੇ ਗੋਡੇ ਨਹੀਂ ਟੇਕੇ ਜਾਂ ਉਹਨਾਂ ਨੂੰ ਕੋਈ ਪ੍ਰੋਟੈਕਸ਼ਨ ਮਨੀ ਨਹੀਂ ਦੇਣਾ ਪੈਂਦਾ, ਇੱਕ ਗਲਤਫਹਿਮੀ ਹੀ ਹੈ। ਮਤਲਬ ਇਹਨੂੰ ਇਸ ਨੂੰ ਤੁਸੀਂ ਮੰਨ ਸਕਦੇ ਹੋ ਇੱਕ ਮਿਸਕਨਸੈਪਸ਼ਨ।
ਅੰਦਰ ਖਾਤੇ ਲੋਕਾਂ ਨੂੰ, ਐਂਡ ਐਵਰ ਸਿੰਸ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਤਾਂ ਉਹ ਜਿਹੜੀਆਂ ਸਟੇਕਸ ਹਾਈ ਹੋਈਆਂ ਨੇ। ਸੋ ਐਂਟਰਟੇਨਮੈਂਟ ਜਗਤ ਨੂੰ ਇੱਕ ਮਾੜੀ ਨਜ਼ਰ ਜਿਹੜੀ ਅੰਡਰਵਰਲਡ ਦੀ ਲੱਗ ਚੁੱਕੀ ਹੈ। ਕਬੱਡੀ ਦੇ ਵਿੱਚ ਇਹ ਕੁਝ ਹੋਇਆ, ਮਿਊਜ਼ਿਕ ਜਗਤ ਦੇ ਵਿੱਚ, ਫਿਲਮੀ ਜਗਤ ਦੇ ਵਿੱਚ ਇਹ ਕੁਝ ਹੋ ਰਿਹਾ ਬਹੁਤ ਅਨਫੋਰਚੂਨੇਟ ਹੈ। ਤੇ ਇਹ ਜਿਹੜੇ ਗੈਂਗਸ ਨੇ ਇਹ ਵੀ ਬੜੇ ਅਨਸਕਰੂਪਲਸ, ਮੈਂ ਇਹਨਾਂ ਨੂੰ ਕਹਾਂਗਾ। ਮੈਂ ਤਾਂ ਹਮੇਸ਼ਾ ਪਹਿਲਾਂ ਤੋਂ ਹੀ ਕਹਿੰਦਾ ਰਿਹਾ ਕਿ ਇਹ ਲੋਕ ਤੁਸੀਂ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਨਹੀਂ ਟਾਰਗੇਟ ਕਰ ਸਕਦੇ। ਅੱਜ ਲਾਰੈਂਸ ਬਿਸ਼ਨੋਈ ਨੂੰ ਜਿਹੜੀ ਸਿਕਿਉਰਿਟੀ ਮਿਲੀ ਹੋਈ ਹੈ ਜਾਂ ਉਸਦੇ ਵਿਰੋਧੀ ਗੈਂਗਸਟਰਾਂ ਨੂੰ ਜੋ ਕੁਝ ਮਿਲ ਰੱਖਿਆ ਹੈ, ਉਹਨਾਂ ਨੂੰ ਕਿਸੇ ਨੇ ਹੱਥ ਨਹੀਂ ਪਾਣਾ, ਲੇਕਿਨ ਹੱਥ ਪਾਉਣ ਲਈ ਕੋਈ ਨਾ ਕੋਈ ਸੌਫਟ ਟਾਰਗੇਟ ਲੱਭਿਆ ਜਾ ਰਿਹਾ। ਕੋਈ ਅਜਿਹਾ ਬੰਦਾ ਆਇਡੈਂਟੀਫਾਈ ਕਰ ਲਓ ਜਿਹਦੀ ਥੋੜ੍ਹੀ ਜਿਹੀ ਵੀ ਨੇੜਤਾ ਕਦੇ ਕਿਸੇ ਟਾਈਮ ਤੇ ਰਹੀ, ਠੀਕ ਹੈ ਨਾ। ਫਿਰ ਜਦੋਂ ਉਸ ਦਾ ਕਤਲ ਕਰਤਾ ਜਾਂਦਾ, ਜਿਵੇਂ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ, ਉਸ ਤੋਂ ਬਾਅਦ ਫਿਰ ਕਹਿੰਦੇ ਆ ਜਾਂ ਇਹ ਨੈਰੇਟਿਵ ਖੜੇ ਕੀਤੇ ਜਾਂਦੇ ਨੇ ਇਹਦੇ ਤਾਂ ਦੀ ਸੰਪਰਕ ਸੀਗੇ, ਠੀਕ ਹੈ। ਜੇ ਕੋਈ ਕੰਟੈਕਟ ਕਿਸੇ ਦਾ ਕਿਸੇ ਟਾਈਮ ਤੇ ਕਿਸੇ ਦੇ ਨਾਲ ਰਿਹਾ ਤਾਂ ਕੀ ਉਸ ਦੀ ਜ਼ਿੰਦਗੀ ਲੈਣ ਦਾ ਉਹ ਕਾਰਨ ਬਣ ਸਕਦਾ ਹੈ। ਸੋ ਬੜੀ ਅਜੀਬੋ ਗਰੀਬ ਜਿਹੀ ਸਥਿਤੀ ਹੈ ਤੇ ਪੰਜਾਬ ਦਾ ਦੁਖਾਂਤ ਹੈ ਕਿ ਅਜਿਹੇ ਕ੍ਰਿਮੀਨਲ ਐਲੀਮੈਂਟਸ, ਅਜਿਹੇ ਬੈਡ ਐਲੀਮੈਂਟਸ ਜਿਹੜੇ ਹੈਗੇ ਨੇ ਉਹ ਐਡੇ ਐਕਟਿਵ ਨੇ। ਇਹਨਾਂ ਦਾ ਤਾਂ ਦੇਖੋ ਸਿਰ ਕੁਚਲਣਾ ਪੈਣਾ ਹੈ, ਇਸ ਸਿਸਟਮ ਨੂੰ ਰੋਕਣਾ ਪੈਣਾ ਹੈ, ਜਾਂ ਫਿਰ ਤੁਸੀਂ ਇਹਨਾਂ ਨੂੰ ਇਸ ਚੀਜ਼ 'ਚੋਂ ਕੱਢੋ ਕਿਸੇ ਤਰੀਕੇ ਦੇ ਨਾਲ। ਕੋਈ ਅਜਿਹੀ ਸਰਕਾਰ ਨੀਤੀ ਲੈ ਕੇ ਆਏ ਕਿ ਇਹ ਜਿਹੜਾ ਅੰਡਰਵਰਲਡ ਦਾ ਸਿਸਟਮ ਹੈ ਖਤਮ ਹੋਏ, ਇਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਸ਼ਾਮਲ ਕਰਾਓ। ਜੇ ਤੁਹਾਡੇ ਕੋਲ ਕੋਈ ਅਜਿਹਾ ਰੋਡ ਮੈਪ ਨਹੀਂ ਹੈ ਦੈਨ ਫਿਰ ਜੋ ਯੂਪੀ ਦੇ ਵਿੱਚ ਹੋ ਰਿਹਾ ਹੈ ਉਹੀ ਇੱਕ ਲੌਜੀਕਲ ਆਪਸ਼ਨ ਲੱਗਦੀ ਹੈ। ਆਪਾਂ ਦੇਖਿਆ ਕੱਲ੍ਹ ਵੀ ਯੂਪੀ ਦੇ ਵਿੱਚ ਕਿੱਡਾ ਵੱਡਾ ਇੱਕ ਮੁਕਾਬਲਾ ਹੋਇਆ, ਦੋ ਜਿਹੜੇ ਗੈਂਗਸਟਰ ਸੀ ਜਿਨ੍ਹਾਂ ਨੇ ਇੱਕ ਵਿਟਨੈਸ ਨੂੰ ਕਤਲ ਕੀਤਾ ਸੀ, ਸੋ ਉਹਨਾਂ ਨੂੰ ਮਾਰਤਾ ਗਿਆ, ਹਲਾਕ ਕਰਤਾ ਗਿਆ। ਸੋ ਇਸ ਤਰੀਕੇ ਦੀਆਂ ਜਿਹੜੀ ਫਿਰ ਘਟਨਾਵਾਂ ਲੋਕਾਂ ਦੀਆਂ ਆਸਾਂ ਹੀ ਨੇ। ਜੇ ਤੁਸੀਂ ਸਿੰਗਰਾਂ ਦੇ ਉੱਤੇ, ਕਿਰਦਾਰਾਂ ਦੇ ਉੱਤੇ, ਆਮ ਲੋਕਾਂ ਦੇ ਉੱਤੇ ਜੋ ਕਿ ਲੋਕਾਂ ਦੀ ਨਜ਼ਰਾਂ ਦੇ ਵਿੱਚ ਸਿਤਾਰੇ ਨੇ, ਜੇ ਉਹਨਾਂ ਨੂੰ ਇਸ ਤਰੀਕੇ ਦੇ ਸੰਕਟ ਜਾਂ ਖਤਰੇ ਦੇ ਵਿੱਚ ਉਹ ਰਹਿਣਗੇ ਤਾਂ ਫਿਰ ਕੀ ਐਕਸਪੈਕਟ ਕੀਤਾ ਜਾਏ ਕਿ ਨੈਗੋਸ਼ੀਏਟ ਹੋਏ? ਨਹੀਂ, ਉਹਦਾ ਫਿਰ ਇਲਾਜ ਐਨਕਾਊਂਟਰ ਹੀ ਲੋਕ ਸਮਝਦੇ ਨੇ। ਤੇ ਫਿਰ ਉਸ ਤਰੀਕੇ ਦੀ ਗੱਲ ਜੋ ਕਿ ਕਿਸੇ ਵੀ ਦੇਖੋ ਸਿਵਲ ਸੁਸਾਇਟੀ ਦੇ ਵਿੱਚ ਐਨਕਾਊਂਟਰ ਵਗੈਰਾ ਦੀ ਗੱਲ ਨੂੰ ਆਪਾਂ ਕਦੇ ਵੀ ਜਸਟੀਫਾਈ ਨਹੀਂ ਕਰ ਸਕਦੇ, ਲੇਕਿਨ ਜਦੋਂ ਐਕਸਟ੍ਰੀਮ ਸਿਚੁਏਸ਼ਨ ਆਈ ਹੋਵੇ, ਉਹ ਕਹਿੰਦੇ ਨੇ ਐਕਸਟਰਾਆਰਡੀਨਰੀ ਸਿਚੁਏਸ਼ਨ ਕਾਲਸ ਫॉर ਐਨ ਐਕਸਟਰਾਆਰਡੀਨਰੀ ਮੈਜਰ। ਸੋ ਉਸ ਤਰੀਕੇ ਦੀਆਂ ਐਕਸਪੈਕਟੇਸ਼ਨ ਵੱਧਦੀਆਂ ਨੇ। ਸੋ ਬੈਟਰ ਕਿ ਇਹ ਸਾਰੀ ਚੀਜ਼ਾਂ ਨੂੰ ਇੱਕ ਬਹੁਤ ਹੀ ਹੋਲਿਸਟਿਕ ਤਰੀਕੇ ਦੇ ਨਾਲ ਦੇਖਣ ਦੀ ਲੋੜ ਹੈ। ਤੇ ਪੂਰੀ ਦੀ ਪੂਰੀ ਜਿਹੜੀ ਨੀਤੀ ਹੈ ਗੈਂਗਸਟਰਾਂ ਨੂੰ ਲੈ ਕੇ ਜਾਂ ਗੈਂਗਸ ਨੂੰ ਲੈ ਕੇ, ਉਸ ਨੂੰ ਸਮਝਣ ਦੀ ਲੋੜ ਹੈ। ਇਸ ਤਰੀਕੇ ਦੇ ਨਾਲ ਐਂਟੀ ਗੈਂਗਸਟਰ ਟਾਸਕ ਫੋਰਸਾਂ ਬਣਾ ਕੇ ਦਬਿਸ਼ ਕਰਕੇ ਇਹ ਮਸਲੇ ਨੇ ਹੱਲ ਨਹੀਂ ਹੋਣਾ। ਮੈਂ ਵਿਅਕਤੀਗਤ ਤੌਰ ਤੇ ਮੰਨਦਾ, ਮੇਰੇ ਹਿਸਾਬ ਨਾਲ ਮੈਂ 1.5-2 ਸਾਲ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਿ ਤੁਸੀਂ ਇੱਕ ਤਰੀਕਾ ਲੱਭੋ, ਇਹ ਬੰਦਿਆਂ ਨੂੰ ਇਸ ਸਿਸਟਮ 'ਚੋਂ ਕੱਢਣਾ ਹੈ। ਤੇ ਇਹ ਵੀ ਯੰਗਸਟਰ ਹੈਗੇ ਨੇ ਮੁੰਡੇ ਬਹੁਤ ਸੇ, ਦੇਖੋ ਇਹ ਤਾਂ ਉਹ ਲੋਕ ਕੁਝ ਗੈਂਗਸ ਤਾਂ ਹੈਗੇ ਨੇ ਡੈਸਪਰੇਟ, ਲੇਕਿਨ ਬਹੁਤ ਸੇ ਅਜਿਹੇ ਲੋਕ ਨੇ ਜੋ ਕਿ ਅਜੇ ਵੀ ਹਾਸ਼ੀਏ ਤੇ ਬੈਠੇ ਨੇ, ਬਾਰਡਰਲਾਈਨ ਕੇਸਿਸ ਨੇ, ਉਹਨਾਂ ਨੇ ਉਸ ਪਾਸੇ ਜਾਣਾ ਹੀ ਜਾਣਾ ਹੈ। ਤੁਸੀਂ ਘੱਟੋ ਘੱਟ ਉਹਨਾਂ ਨੂੰ ਰੋਕੋ, ਉਹਨਾਂ ਨੂੰ ਵਾਪਸ ਖਿੱਚੋ। ਇੱਕ ਬਹੁਤ ਵੱਡਾ ਬੇਸ ਹੈ, ਆਧਾਰ ਹੈ ਜਿਸ ਨੂੰ ਤੁਸੀਂ ਰੋਕ ਸਕਦੇ ਹੋ ਇਸ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਜਾਣ ਤੋਂ। ਉਹਦੇ ਲਈ ਇੱਕ ਚੰਗੀ ਨੀਤੀ ਲੈ ਕੇ ਆਉਣ ਦੀ ਲੋੜ ਹੈ। ਉਹਦੇ ਲਈ ਸਰਕਾਰ ਥੋੜ੍ਹੀ ਜਿਹੀ ਸੰਵੇਦਨਸ਼ੀਲ ਹੋਏ, ਇਹ ਲੋਕਾਂ ਦੀ ਸਮੱਸਿਆਵਾਂ ਨੂੰ ਸਮਝੇ। ਕੁਝ ਚੀਜ਼ਾਂ ਨੂੰ ਲੈਟ ਗੋ ਕਰਨਾ ਪੈਣਾ, ਛੱਡਣਾ ਪੈਣਾ, ਵੀ ਛੱਡੋ, ਦਫਾ ਕਰੋ। ਕਾਠਾ ਜਿਹਨੂੰ ਕਹਿੰਦਾ ਕੁਝ ਵਰਕੇ ਐਸੇ ਹੁੰਦੇ ਨੇ ਉਹਨੂੰ ਫੜ ਕੇ ਸਿੱਟਣਾ ਪੈਂਦਾ ਹੈ। ਯੂ ਹੈਵ ਟੂ ਇਗਨੋਰ ਅ ਲੋਟ ਆਫ ਥਿੰਗਸ। ਉਸ ਦੇ ਵਿੱਚ ਤੁਹਾਡਾ ਕ੍ਰਿਟਿਸਿਜ਼ਮ ਵੀ ਹੋਏਗਾ, ਲੇਕਿਨ ਜੇ ਤੁਸੀਂ ਕੁਝ ਪਾਥ ਬ੍ਰੇਕਿੰਗ ਜਾਂ ਗਰਾਊਂਡ ਬ੍ਰੇਕਿੰਗ ਕਰਕੇ ਦਿਖਾਣਾ ਹੈ ਦੈਨ ਯੂ ਹੈਵ ਟੂ ਕਮ ਅਪ ਵਿਦ ਅ ਪੋਲਿਸੀ। ਉਹਦੇ 'ਚ ਤੁਹਾਨੂੰ ਐਮਨੈਸਟੀ ਵੀ ਲੈਣੀ ਪੈਣੀ ਹੈ, ਉਹਦੇ ਵਿੱਚ ਤੁਹਾਨੂੰ ਮਾਫੀ ਵੀ ਦੇਣੀ ਪੈਣੀ ਹੈ, ਕਈ ਚੀਜ਼ਾਂ ਇਗਨੋਰ ਵੀ ਕਰਨੀਆਂ ਪੈਣੀਆਂ। ਸੋ ਉਹ ਸਭ ਕੁਝ ਜਦ ਤੱਕ ਇੱਕ ਪੈਕੇਜ ਦੀ ਸ਼ਕਲ ਵਿੱਚ ਨਹੀਂ ਆਏਗਾ, ਪੀਸ ਮੀਲ ਤਰੀਕੇ ਦੇ ਨਾਲ, ਜਿੰਨੀ ਦੇਰ ਤੱਕ ਦੇਖੋ ਪੁਲਿਸ ਵਾਲੇ ਜਾਂ ਪੁਲਿਸ ਦਾ ਜਿਹੜਾ ਸਾਡਾ ਸਿਸਟਮ ਹੈ, ਵਿਵਸਥਾ ਹੈ ਲਾਅ ਇਨਫੋਰਸਮੈਂਟ ਦੀ, ਉਹ ਤਾਂ ਚਾਹੁੰਦੀ ਹੈ ਕਿ ਜੇ ਕ੍ਰਾਈਮ ਨਹੀਂ ਹੋਏਗਾ ਤਾਂ ਫਿਰ ਉਹਨਾਂ ਦਾ ਵੀ ਕੰਮ ਕਿਵੇਂ ਚੱਲੇਗਾ। ਸੋ ਕ੍ਰਾਈਮ ਨੂੰ ਨਾ ਬੰਦ ਹੋਣ ਦੇਣਾ ਵੀ ਇੱਕ ਬਹੁਤ ਵੱਡਾ ਵੈਸਟਡ ਇੰਟਰਸਟ ਹੁੰਦਾ ਹੈ ਏਜੰਸੀਜ਼ ਦਾ। ਕਿਹਾ ਤਾਂ ਇਹ ਜਾਂਦਾ ਹੈ ਇਨਫੋਰਸਮੈਂਟ, ਲਾਅ ਇਨਫੋਰਸਮੈਂਟ ਜਿਹੜੀ ਸਾਡੇ ਅਦਾਰੇ ਹੈਗੇ ਨੇ ਕਿ ਇਹਨਾਂ ਨੇ ਕਾਨੂੰਨ ਦੀ ਜਿਹੜੀ ਉਲੰਘਣਾ ਹੈਗੀ ਉਸ ਨੂੰ ਰੋਕਣਾ ਹੈ, ਅਜਿਹੇ ਐਂਟੀ ਕ੍ਰਿਮੀਨਲ, ਐਂਟੀ ਸੋਸ਼ਲ ਐਲੀਮੈਂਟਸ ਨੂੰ ਰੋਕਣਾ ਹੈ। ਲੇਕਿਨ ਇਹਨਾਂ ਦੇ ਸਿਰ ਉੱਤੇ ਉਹਨਾਂ ਦਾ ਕੰਮ ਚੱਲਦਾ ਵੀ ਹੈ ਤੇ ਉਹਨਾਂ ਦੀ ਜਸਟੀਫਿਕੇਸ਼ਨ ਵੀ ਹੁੰਦੀ ਹੈ। ਉਹਨਾਂ ਨੂੰ ਵੱਧ ਜਿਹੜੇ ਅਖਤਿਆਰ, ਤਾਕਤਾਂ ਮਿਲਦੀਆਂ ਨੇ ਉਹ ਜਸਟੀਫਾਈ ਵੀ ਕੀਤੀਆਂ ਜਾਂਦੀਆਂ ਨੇ। ਸੋ ਇੱਕ ਅਜੀਬ ਜਿਹਾ ਇੱਕ ਅਨਹੈਲਦੀ ਮਿਕਸ ਹੈ ਜਿਸ ਨੂੰ ਤੋੜਨ ਲਈ ਇੱਕ ਗਰਾਊਂਡ ਬ੍ਰੇਕਿੰਗ, ਪਾਥ ਬ੍ਰੇਕਿੰਗ ਪਾਲਿਸੀ ਇੰਟਰਵੈਂਸ਼ਨ ਦੀ ਲੋੜ ਹੈ, ਜੋ ਕਿ ਅਸੀਂ ਸੋਚ ਨਹੀਂ ਪਾ ਰਹੇ ਹਾਂ। ਸਾਡੀ ਸੋਚ ਸਿਰਫ ਇਹ ਹੁੰਦੀ ਹੈ ਵੀ ਇੱਕ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਬਣਾ ਦਿਓ, ਇੱਕ ਗੈਂਗਸਟਰ ਯੂਨਿਟ ਬਣਾ ਦਿਓ, 4 ਐਨਕਾਊਂਟਰ ਕਰ ਦਿਓ, ਸਖਤੀ ਦਿਖਾ ਦਿਓ। ਉਹਦੇ ਨਾਲ ਹੱਲ ਹੁੰਦਾ ਨਹੀਂ। ਜੇਲ੍ਹਾਂ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਕੁਝ ਹੋ ਰਿਹਾ। ਤਾਂ ਰਿਤੇਸ਼ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ, ਬਹੁਤ ਬਹੁਤ ਧੰਨਵਾਦ।